मनोज मोहाली का ਅਸੀਂ ਜੇਕਰ ਜ਼ਿਕਰ ਕਰੀਏ ਤਾਂ ਜ਼ਿਲ੍ਹਾ ਪੰਜਾਬ ਦੇ ਸਭ ਤੋਂ ਵੱਧ ਪ੍ਰਭਾਵਿਤ ਜ਼ਿਲ੍ਹਿਆਂ ਦੇ ਵਿੱਚੋਂ ਇੱਕ ਇਨਫੈਕਟ ਲੁਧਿਆਣਾ ਤੋਂ ਬਾਅਦ ਸਭ ਤੋਂ ਜ਼ਿਆਦਾ ਮੋਹਾਲੀ 'ਚ ਮਾਮਲੇ ਸਾਹਮਣੇ ਆ ਰਹੇ ਨੇ। ਮੌਜੂਦਾ ਸਥਿਤੀ ਕੀ ਹੈ ਤੇ ਵੈਕਸੀਨੇਸ਼ਨ ਦੀ ਡਰਾਈਵ ਨੂੰ ਕਿਸ ਤਰੀਕੇ ਨਾਲ ਅੱਗੇ ਵਧਾਇਆ ਜਾ ਰਿਹਾ ਹੈ? देखो गौरव, इस टाइम ਅਸੀਂ खड़े हैं वैक्सीनेशन सेंटर फेज 6 मोहाली च ਤੇ ਹੁਣ क्योंकि एक्साइटमेंट ज़्यादा है तो कोरोना के ਜਿਹੜੇ केसिस है क्योंकि मोहाली इस तरह का जिला है ਜਿਹੜੇ हॉटस्पॉट बनया होया लगातार ਜਿਹੜਾ ग्राफ है वो बढ़ रहा है तो ਹੁਣ तस्वीरें ਤੁਹਾਨੂੰ दिखाने की कोशिश करते हैं कि लंबी लंबी ਜਿਹੜੀ लाइन है वो इतने लग चुकी है। तस्वीरें तुम देख सकते हो, ये सारे ਜਿਹੜੇ वैक्सीनेशन लाने वाले इतने पहुंचे ने 6 फेस हस्पताल के वैक्सीनेशन सेंटर दी तस्वीरें ने। हालांकि हुण इत्थे काफ़ी लोगों च नाराज़गी भी वेखण नूं मिल रही है क्योंकि सवेर दी लाइनां इत्थे लगी सी लेकिन हुण जिहड़ा है वो चेंज कर दिता गया, यानी कि हुण कहा जा रहा है कि जिहड़े फॉर्म है वो फॉर्म च SHO दी या फिर तहसीलदार दी या फिर MC ਦੀ ਜਿਹੜੀ ਹੈ ਉਹ ਮੋਹਰ ਹੋਣੀ ਜ਼ਰੂਰੀ ਹੈ, ਅਦਰਵਾਈਜ਼ ਤੁਹਾਡੇ ਵੈਕਸੀਨੇਸ਼ਨ ਨਹੀਂ ਲੱਗੇਗੀ। ਹਾਲਾਂਕਿ ਇੱਥੇ ਕਾਫੀ ਲੋਕ ਖੜੇ ਆ, ਉਹਨਾਂ ਨਾਲ ਵੀ ਗੱਲ ਕਰਾਂਗੇ ਕਿਉਂਕਿ ਹੌਟਸਪੌਟ ਜਿਹੜਾ ਇਹ ਬਣਿਆ ਹੋਇਆ ਉਦੋਂ ਕਿਸ ਤਰ੍ਹਾਂ ਦੀ ਦਿੱਕਤ ਜਿਹੜੀ ਹੈ ਉਹ ਆ ਰਹੀ ਹੈ, ਲੋਕਾਂ ਨਾਲ ਗੱਲਬਾਤ ਕਰਦੇ। ਭਾਜੀ ਸਵੇਰ ਦੇ ਤੁਸੀਂ ਖੜੇ ਹੋ ਸਾਰੇ, ਹੁਣ ਕੀ ਪ੍ਰੋਬਲਮ ਆ ਰਹੀ ਹੈ? ਹੁਣ ਪ੍ਰੋਬਲਮ ਆ ਰਹੀ ਹੈ ਸਰ, ਮਨਾ ਕਰ ਰਹੇ ਹਾਂ ਜੀ। ਇਹ ਕਹਿ ਰਹੇ ਅਸੀਂ ਤੁਹਾਨੂੰ ਇੱਕ ਇਹ ਫਾਰਮ ਦਿੱਤਾ, ਫਾਰਮ ਦਿੱਤਾ ਤੁਸੀਂ ਫਿਲ ਕਰੋ ਤੇ ਅਸੀਂ ਵੈਕਸੀਨੇਸ਼ਨ ਕਰ ਦਾਂਗੇ। ਇਹ ਫਾਰਮ ਲੱਗ ਗਿਆ ਘੱਟੋ ਘੱਟ 100-150 ਬੰਦਾ ਮਾਰਨਿੰਗ ਦੇ ਵਿੱਚ ਜਿਹੜਾ 18+45 ਨੀਅਰ ਅਬਾਊਟ ਉਹ ਲਗਾ ਕੇ ਚਲਾ ਗਿਆ ਨਾ। ਹੁਣ ਇਹ ਕਹਿ ਰਹੇ ਕਿ ਤੁਸੀਂ ਆਪਣੇ MC ਤੋਂ ਤੇ SDM ਤੋਂ ਲਿਖਵਾ ਕੇ ਲੈ ਕੇ ਆਓ, ਫਿਰ ਅਸੀਂ ਤੁਹਾਨੂੰ ਵੈਕਸੀਨੇਸ਼ਨ ਕਰਾਂਗੇ। ਯਾਨੀ ਕਿ ਪਹਿਲਾਂ ਇਹ ਫਾਰਮ ਦਿੱਤਾ ਸੀਗਾ ਗੌਰਵ, ਇਹ ਪਹਿਲਾ ਫਾਰਮ ਜਿਹੜਾ ਹੈ ਉਹ ਦਿੱਤਾ ਸੀਗਾ ਜਿਹਦੇ ਵਿੱਚ ਨਾਂ, ਆਧਾਰ ਕਾਰਡ ਦਾ ਜਾਂ ਫਿਰ ਕਿਸੇ ਦਾ ਵੀ ਨੰਬਰ, ਉਹਦਾ ਐਡਰੈਸ ਤੇ ਜਿਹੜੇ ਡਾਕਟਰ ਦੀ ਸਿਵਲ ਸਰਜਨ ਦੀ ਜਿਹੜੀ ਸਟੈਂਪ ਹੈ ਉਹ ਲਾਈ ਗਈ ਸੀ। ਇਹਦੇ ਬੇਸ ਤੇ ਵੈਕਸੀਨੇਸ਼ਨ ਜਿਹੜੀ ਹੈ ਉਹ ਕੀਤੀ ਜਾ ਰਹੀ ਸੀ। ਲੇਕਿਨ ਹੁਣ ਜਿਹੜੇ ਹੈ ਆਰਡਰ ਜਿਹੜੇ ਆਏ ਲੰਬੀ ਲੰਬੀ ਲਾਈਨਾਂ ਜਿਹੜੀ ਲੱਗੀ ਹੈ, ਲੇਕਿਨ ਹੁਣ ਜਿਹੜੇ ਹੈਲਥ ਡਿਪਾਰਟਮੈਂਟ ਵੱਲੋਂ ਆਰਡਰ ਆਏ ਹੈ ਕਿ ਇਹਨਾਂ ਨੂੰ ਕਿਹਾ ਜਾ ਰਿਹਾ ਹੈ ਕਿ ਏਰੀਆ ਦਾ ਜਿਹੜਾ MC ਹੈ ਜਾਂ ਫਿਰ ਕੋਈ SHO ਜਾਂ ਫਿਰ ਤਹਿਸੀਲਦਾਰ ਹੈ ਉਸ ਏਰੀਆ ਦਾ ਉਹਦੇ ਸਟੈਂਪ ਲੱਗਣੀ ਜ਼ਰੂਰੀ ਹੈ, ਉਸ ਤੋਂ ਬਾਅਦ ਹੀ ਵੈਕਸੀਨੇਸ਼ਨ ਜਿਹੜੀ ਹੈ ਉਹ ਲਾਈ ਜਾਏਗੀ। ਤਸਵੀਰਾਂ ਤੁਸੀਂ ਵੇਖ ਸਕਦੇ ਹੋ, ਕਾਫੀ ਜਿਹੜਾ ਰਸ਼ ਹੈ। ਹੁਣ ਪੁਲਿਸ ਵੀ ਇੱਥੇ ਬੁਲਾਣੀ ਪਈ ਹੈ ਕਿਉਂਕਿ ਰਸ਼ ਜਿਹੜਾ ਹੈ ਉਹ ਵੈਕਸੀਨੇਸ਼ਨ ਨੂੰ ਲਾ ਕੇ ਇੱਥੇ ਕਾਫੀ ਰਸ਼ ਵੇਖਣ ਨੂੰ ਮਿਲ ਰਿਹਾ ਹੈ। ਹਾਲਾਂਕਿ सोशल डिस्टेंसिंग तो दूर की गल है क्योंकि इतने रश जो है वो काफ़ी वेखण नूं मिल रहा है क्योंकि लोगों च नाराज़गी बहुत है। सवेर दे इत्थे खड़े 7-7 बजे की लाइनां इत्थे लाई हुई हैं लेकिन हुण मना किया जा रहा है, यानी कि हुण इन्हां नूं कहा जा रहा है कि पहला स्टैंप तुसीं अपने लोकल MC दी या फिर तहसीलदार दी तुसीं स्टैंप ला के आओ क्योंकि हुण गौरव सिचुएशन बिल्कुल अलग है। यानी कि हुण जिहड़ा हॉटस्पॉट बनया होया लगातार जिहड़े ग्राफ वध रहा है तो हुण लोकां 'च एक्साइटमेंट है 18+ जिहड़े वैक्सीनेशन लाण नूं इत्थे फिरदे ने। हालांकि सोशल डिस्टेंसिंग दी किन्नी धज्जियां उड़ रही, खुद हॉस्पिटल 'च खुद इत्थे पुलिस मुलाजिम ने, खुद इत्थे हेल्थ डिपार्टमेंट दे बंदे ने, लेकिन हुण तुसीं खुद देख सकते हो कि सोशल डिस्टेंसिंग है कित्थे। हालांकि लोकां 'च रोज़ जिहड़ा है वो जरूर वेखण नूं मिल रहा है क्योंकि सब तो वड्डी इहदे विच गल इह है कि हुण ਜਿਹੜੇ ਲੋਕ ਨੇ ਉਹ ਕਿਤੇ ਨਾ ਕਿਤੇ ਹੁਣ ਡਰ ਦਾ ਮਾਹੌਲ ਵੀ ਹੈ ਕਿਉਂਕਿ ਗ੍ਰਾਫ ਹੈ ਜਿਹੜਾ ਉਹ ਲਗਾਤਾਰ ਵੱਧਦਾ ਜਾ ਰਿਹਾ ਹੈ। ਹੁਣ 18+ ਨੂੰ ਜਿਹਨੂੰ ਵੈਕਸੀਨੇਸ਼ਨ ਦੀ ਗੱਲ ਕੀਤੀ ਗਈ ਹੈ ਉਹ ਸਾਰੇ ਸਵੇਰ ਤੋਂ ਇੱਥੇ ਲਾਈਨਾਂ ਜਿਹੜੀਆਂ ਉਹ ਲਾ ਕੇ ਇੱਥੇ ਖੜੇ ਹਨ। ਹੁਣ ਲੋਕਾਂ 'ਚ ਨਾਰਾਜ਼ਗੀ ਇਸ ਕਰਕੇ ਹੈ ਕਿ ਜਿਹੜੇ ਸਟੈਂਪ ਜਿਹੜਾ ਫਾਰਮ ਹੈ ਉਹ ਤੁਸੀਂ ਪਹਿਲਾਂ MC ਦਾ ਜਾਂ ਕਿਸੇ ਦਾ ਫਿਲ ਕਰੋ, ਉਸ ਤੋਂ ਬਾਅਦ ਹੀ ਤੁਹਾਨੂੰ ਇੱਥੇ ਵੈਕਸੀਨੇਸ਼ਨ ਜਿਹੜੀ ਹੈ ਉਹ ਲਾਈ ਜਾਏਗੀ। ਹਾਲਾਂਕਿ 45+ ਨੂੰ ਇੱਥੇ ਵੈਕਸੀਨੇਸ਼ਨ ਲਾਉਣ ਦੀ ਜਿਹੜੀ ਗੱਲ ਹੈ ਆਰਾਮ ਨਾਲ ਕੀਤੀ ਜਾ ਰਹੀ ਹੈ, ਲੇਕਿਨ 18+ ਦੀ ਪਹਿਲਾਂ ਹੁਣ ਤੁਸੀਂ ਰਜਿਸਟਰ ਕਰਾਓਗੇ। ਹੁਣ ਪਹਿਲਾਂ ਦੂਜੀ ਲਾਈਨ 'ਚ ਲੱਗੇ ਹੋਏ ਸੀ ਲੋਕ, ਹੁਣ ਇਹ ਜਿਹੜੇ ਫਾਰਮ ਤੁਹਾਨੂੰ ਕੋਸ਼ਿਸ਼ ਕਰਦੇ ਫਾਰਮ ਵੀ ਦਿਖਾਉਣ ਦਾ ਕਿ ਜਿਹੜੇ ਫਾਰਮ ਹੈ ਉਹ ਪ੍ਰੋਵਾਈਡ ਕੀਤੇ ਜਾ ਰਹੇ ਹੈਲਥ ਡਿਪਾਰਟਮੈਂਟ ਵੱਲੋਂ। ਇਹ ਫਾਰਮ ਜਿਹੜੇ ਆ ਲੋਕਾਂ ਨੂੰ ਦਿੱਤੇ ਜਾ ਰਹੇ ਕਿ ਹੁਣ ਇਹ ਫਾਰਮ ਪਹਿਲਾਂ ਭਰੋ, ਉਸ ਤੋਂ ਬਾਅਦ ਇਹ ਜਿਹੜੇ ਫਾਰਮ ਹੈ ਇਹ ਲੋਕਾਂ ਨੂੰ ਮੈਡਮ ਇਹ ਫਾਰਮ ਸਭ ਨੂੰ ਦਿੱਤੇ ਜਾ ਰਹੇ ਆ। ਹੁਣ ਕੀ ਫਾਰਮੈਲਿਟੀਜ਼ ਹੈ? ये हैं जो फ्रंट लाइन वर्कर्स हैं, ठीक है। हेल्थ केयर वर्कर का हम एज डॉक्टर्स कर सकते हैं सर्टिफाइड, बट जो हेल्थ केयर वर्कर्स हैं ये फ्रंट लाइन वर्कर हैं, फ्रंट लाइन वर्कर को ये फॉर्म है दैट टू बी सर्टिफाइड बाय ईदर SDM जी, DC और या MC कर सकते हैं, RMO कर सकते हैं। ਪਹਿਲਾਂ ਕਿਉਂ ਨਹੀਂ ਮੈਡਮ ਆਰਡਰ ਦਿੱਤੇ? ਹੁਣ ਸਾਰੇ ਲਾਈਨ 'ਚ आ गया हुआ है ये। ਜਸਵਿੰਦਰ ਜੀ ਇਹ ਹੁਣ ਪਹਿਲਾਂ ਕਿਉਂ ਨਹੀਂ ਦਿੱਤੇ ਗਏ? ਸਰ ਇਹ ਹੈਲਥ ਡਿਪਾਰਟਮੈਂਟ ਦਾ ਹੈ, ਮੈਂ ਤਾਂ ਇੱਥੇ ਦਾ ਚੌਂਕੀ ਇੰਚਾਰਜ ਹਾਂ, ਮੇਰਾ ਕੰਮ ਲਾਅ ਐਂਡ ਆਰਡਰ ਮੇਨਟੇਨ। ਲਾਅ ਐਂਡ ਆਰਡਰ ਤਾਂ ਹੈਗਾ, ਇੱਥੇ ਸੋਸ਼ਲ ਡਿਸਟੈਂਸਿੰਗ ਵੀ ਬਹੁਤ ਦੇਖਣ ਨੂੰ ਮਿਲ ਰਹੀ ਹੈ। ਤੁਸੀਂ ਉਹਨਾਂ ਤੋਂ ਪੁੱਛੋ ਨਾ ਜੋ ਕੁਐਸਚਨ ਸੋਸ਼ਲ ਕਰਨਾ ਚਾਹੀਦਾ ਉਹਨਾਂ ਤੋਂ ਕਰੀਏ। ਤੇ ਹੁਣ ਇੱਥੇ ਕੋਈ ਜਵਾਬ ਦੇਣ ਵਾਲਾ ਨਹੀਂ ਹੈ। ਖੁਦ ਇੱਥੇ ਪੁਲਿਸ ਆਫੀਸਰ ਜਿਹੜੇ ਹੈਗੇ ਉਹ ਸਰ Why he is not in uniform? He should be in uniform. ਠੀਕ ਹੈ ਸਰ, ਤੁਹਾਨੂੰ ਲੱਗੀ ਸਰ He is in casual dress. How people know that he is holding? ਸੋਸ਼ਲ ਡਿਸਟੈਂਸਿੰਗ ਤਾਂ ਪੂਰਾ ਹਾਲ ਹੈ। Yeah, no, not at all. ਠੀਕ ਹੈ। ਤੇ ਹੁਣ ਇੱਥੇ ਕਾਫੀ ਜਿਹੜਾ ਹੈਗਾ ਅਸਮੰਜਸ ਸਥਿਤੀ ਹੈ, ਕਿਸੇ ਨੂੰ ਪਤਾ ਹੀ ਨਹੀਂ ਲੱਗ ਰਿਹਾ ਕਿ ਹੋ ਕੀ ਰਿਹਾ ਹੈ। ਹੁਣ ਤਸਵੀਰਾਂ ਐਕਸਕਲੂਸਿਵ ਤਸਵੀਰਾਂ ਤੁਸੀਂ ਵੇਖ ਰਹੇ ਹੋ ਗੌਰਵ ਕਿ ਹੁਣ ਸਿਚੁਏਸ਼ਨ ਕਿਸ ਤਰ੍ਹਾਂ ਹੈ ਕਿਉਂਕਿ ਹੁਣ ਜਿਹੜੀ ਐਕਸਟਰਾ ਆਰਡੀਨਰੀ ਸਿਚੁਏਸ਼ਨ ਨੂੰ ਲੈ ਕੇ ਲੋਕਾਂ 'ਚ ਡਰ ਦਾ ਮਾਹੌਲ ਵੀ ਹੈ, ਲੇਕਿਨ ਹੁਣ ਵੈਕਸੀਨੇਸ਼ਨ
ਲਾਣ ਕਰਕੇ ਹਾਲਾਂਕਿ ਹੁਣ ਵੈਕਸੀਨੇਸ਼ਨ ਕਿਹਾ ਜਾ ਰਿਹਾ ਹੈ ਕਿ ਜਿਹੜਾ ਤੁਸੀਂ ਫਾਰਮ ਫਿਲ ਕਰਕੇ ਲਾਓਗੇ ਤਹਿਸੀਲਦਾਰ ਦਾ ਐਮਸੀ ਦਾ ਐਸਐਚਓ ਦੀ ਮੋਹਰ ਜਿਹੜੀ ਹੈ ਉਹ ਲੱਗੇਗੀ, ਉਸ ਤੋਂ ਬਾਅਦ ਹੀ ਤੁਹਾਡਾ ਇੰਜੈਕਸ਼ਨ ਜਿਹੜਾ ਲਾਏਗਾ। ਹੁਣ ਲੋਕਾਂ 'ਚ ਨਾਰਾਜ਼ਗੀ ਇਸ ਕਰਕੇ ਹੈ ਕਿ ਸਵੇਰ ਦੇ 7 ਵਜੇ ਦੀ ਲਾਈਨ 'ਚ ਖੜੇ ਆ, ਜਦ ਉਹਨਾਂ ਦਾ ਨੰਬਰ ਆਉਂਦਾ ਤਾਂ ਉਹਨਾਂ ਨੂੰ ਕਿਹਾ ਜਾਂਦਾ ਹੈ ਕਿ ਹੁਣ ਜਿਹੜੇ ਫਾਰਮ ਹੈ ਉਹ ਇਹ ਵਾਲੇ ਜਿਹੜੇ ਫਾਰਮ ਹੈ ਉਹ ਨਹੀਂ ਚੱਲਣਗੇ। ਤਾਂ ਤੁਸੀਂ ਕਿਤੇ ਨਾ ਕਿਤੇ ਹੁਣ ਲੋਕਾਂ 'ਚ ਹਾਲਾਂਕਿ ਸੋਸ਼ਲ ਡਿਸਟੈਂਸਿੰਗ ਕਾਫੀ ਰਸ਼ ਇੱਥੇ ਵੇਖਣ ਨੂੰ ਮਿਲ ਰਿਹਾ ਹੈ। ਮੋਹਾਲੀ ਹੌਟਸਪੌਟ ਬਣਿਆ ਹੋਇਆ ਹੈ। ਮੋਹਾਲੀ ਦੇ ਫੇਸ 6 ਹਸਪੀਟਲ ਦੀਆਂ ਤਸਵੀਰਾਂ ਨੇ ਜਿੱਥੇ ਖੁਦ ਇਸ ਤਰ੍ਹਾਂ ਦੀ ਸੋਸ਼ਲ ਡਿਸਟੈਂਸਿੰਗ ਦੀ ਧੱਜੀਆਂ ਉੱਡ ਰਹੀਆਂ, ਲੋਕਾਂ 'ਚ ਇਸ ਤਰ੍ਹਾਂ ਦਾ ਮਾਹੌਲ ਬਣਾਇਆ ਹੋਇਆ, ਪੁਲਿਸ ਖੁਦ ਆਫੀਸਰ ਇੱਥੇ ਮੌਜੂਦ ਨੇ। ਲੇਕਿਨ ਤੁਸੀਂ ਤਸਵੀਰਾਂ ਇਹ ਸਾਫ਼ ਤੌਰ ਤੇ ਬਿਆਨ ਕਰ ਰਹੀਆਂ ਕਿ ਹਾਲਾਤ ਕਿਸ ਤਰ੍ਹਾਂ ਦੇ। ਹਾਲਾਂਕਿ ਹੁਣ ਫਾਰਮ ਜਿਹੜੇ ਹੈ ਉਹ ਫਿਲ ਕਰਨ ਤੋਂ ਬਾਅਦ ਵੀ ਇੱਥੇ ਵੈਕਸੀਨੇਸ਼ਨ ਜਿਹੜੀ ਹੈ ਗੌਰਵ ਨਹੀਂ ਲਾਈ ਜਾ ਰਹੀ, ਤਾਂ ਕਿਤੇ ਨਾ ਕਿਤੇ ਹੁਣ ਸਵਾਲ ਕਈ ਇੱਥੇ ਖੜੇ ਹੁੰਦੇ ਨੇ। ਗੌਰਵ, ਲਾਜ਼ਮੀ ਤੌਰ ਤੇ ਪਰ ਇਹ ਵੀ ਜਾਣਨਾ ਚਾਹਾਂਗੇ ਕਿ ਇਹ ਕਿਹਾ ਜਾਂਦਾ ਹੈ ਮਨੋਜ ਕਿ ਜਦੋਂ ਤੁਸੀਂ ਵੈਕਸੀਨੇਸ਼ਨ ਸੈਂਟਰ ਜਾਣਾ ਤਾਂ ਆਪਣੇ ਫੋਨ ਦੇ ਵਿੱਚ ਰਜਿਸਟਰ ਕਰਵਾ ਕੇ ਜਾਓ ਤੇ ਉੱਥੇ ਅਪਾਇੰਟਮੈਂਟ ਮਿਲਦੀ ਹੈ ਘੰਟਿਆਂ ਦੇ ਹਿਸਾਬ ਦੇ ਨਾਲ। ਕਿ ਇਹ ਸਾਰੇ ਲੋਕ ਬਿਨਾਂ ਅਪਾਇੰਟਮੈਂਟ ਤੋਂ ਉੱਥੇ ਪਹੁੰਚ ਗਏ ਜਾਂ ਪ੍ਰਸ਼ਾਸਨ ਨੇ ਕੋਈ ਅਲੱਗ ਤਰੀਕੇ ਨਾਲ ਇਹਨਾਂ ਨੂੰ ਹੁਕਮ ਦਿੱਤੇ ਸੀ? ਤੇ ਨਾਲ ਹੀ ਇਹ ਵੀ ਜਾਣਨਾ ਚਾਹਾਂਗੇ ਕਿ ਜਿਹੜੇ 45 ਸਾਲ ਤੋਂ ਜ਼ਿਆਦਾ ਉਮਰ ਦੇ ਲੋਕ ਨੇ ਉਹਨਾਂ ਦੇ ਬਾਰੇ ਪ੍ਰਸ਼ਾਸਨ ਕੀ ਕਹਿ ਰਿਹਾ ਕਿ ਤੁਸੀਂ ਉਹ ਡਾਇਰੈਕਟਲੀ ਆ ਕੇ ਵੈਕਸੀਨੇਸ਼ਨ ਲਗਵਾ ਸਕਦੇ ਨੇ, ਉਹਨਾਂ ਦੀ ਲੱਗ ਰਹੀ ਹੈ ਨਹੀਂ ਲੱਗ ਰਹੀ, ਉਹਨਾਂ ਦੇ ਲਈ ਕੋਈ ਵੱਖਰੀ ਲਾਈਨ ਹੈ? ਉਹ ਜੇਕਰ ਮੋਹਾਲੀ ਪਹੁੰਚ ਰਹੇ ਨੇ ਵੈਕਸੀਨ ਦੇ ਲਈ ਤਾਂ ਉਹਨਾਂ ਦੇ ਲਈ ਕੀ ਇੰਤਜ਼ਾਮ ਹੈ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਸਿਸਟਮ ਜਿਹੜਾ ਹੈ ਉਹ ਇੱਥੇ ਵੇਖਣ ਨੂੰ ਨਹੀਂ ਮਿਲ ਰਿਹਾ। ਪਹਿਲੀ ਗੱਲ, ਚਾਹੇ ਉਹ 45 ਸਾਲ ਦਾ ਹੋਵੇ, ਚਾਹੇ ਉਹ ਸੀਨੀਅਰ ਸਿਟੀਜ਼ਨ ਹੋਵੇ, ਚਾਹੇ ਉਹ 18+ ਹੋਵੇ। ਹੁਣ ਖੁਦ ਇੱਥੇ ਲੜਾਈਆਂ ਜਿਹੜੀਆਂ ਉਹ ਸਾਹਮਣੇ ਆ ਰਹੀਆਂ, ਆਪਸ 'ਚ ਲੜ ਰਹੇ ਲੋਕ ਨੇ, ਫਾਰਮ ਨੂੰ ਲੈ ਕੇ ਲੜ ਰਹੇ ਹੈ ਕਿਉਂਕਿ ਹੈਲਥ ਡਿਪਾਰਟਮੈਂਟ ਫਾਰਮ ਦੇ ਰਿਹਾ ਹੈ, ਕੋਈ ਗੱਲ ਕੁਝ ਕਰ ਰਿਹਾ ਹੈ, ਕੋਈ ਤੁਸੀਂ 45 ਈਅਰ ਦੀ ਗੱਲ ਕੀਤੀ ਹੈ, ਤੁਸੀਂ ਸੀਨੀਅਰ ਸਿਟੀਜ਼ਨ ਦੀ ਗੱਲ ਕੀਤੀ ਹੈ। ਵੈਬ ਪੋਰਟਲ ਦੀ ਸਰਕਾਰ ਵੱਲੋਂ ਵੱਡੇ ਦਾਅਵੇ ਜ਼ਰੂਰ ਕੀਤੇ ਗਏ ਸੀਗੇ ਕਿ ਪੂਰਾ ਸਿਸਟਮੈਟਿਕ ਤਰੀਕੇ ਨਾਲ ਜਿਹੜਾ ਹੈ ਉਹ ਕੰਮ ਕੀਤਾ ਜਾ ਰਿਹਾ ਹੈ ਕਿ ਪਹਿਲਾਂ ਪੋਰਟਲ ਤੇ ਰਜਿਸਟਰਡ ਹੋਗਾ 18+, ਉਸ ਤੋਂ ਬਾਅਦ ਫਿਰ ਸੀਨੀਅਰ ਸਿਟੀਜ਼ਨ ਵਾਸਤੇ। ਲੇਕਿਨ ਹੁਣ ਇੱਥੇ ਤਸਵੀਰਾਂ ਬਿਆਨ ਕਰ ਰਹੀਆਂ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਸਿਸਟਮ, ਕਿਸੇ ਵੀ ਤਰ੍ਹਾਂ ਦੀ ਕੋਈ ਵੀ ਸਿਸਟਮੈਟਿਕ ਗੱਲ ਇੱਥੇ ਨਹੀਂ ਹੋ ਰਹੀ ਹੈ। ਉਹਨਾਂ ਨੇ ਇਹ ਵੀ ਐਲੀਗੇਸ਼ਨ ਲਾਇਆ ਕਿ ਜਿਹੜੇ ਹੈਲਥ ਡਿਪਾਰਟਮੈਂਟ ਦੇ ਜਾਂ ਪੁਲਿਸ ਦੇ ਜਿਹੜੇ ਚਹੇਤੇ ਹੈ ਉਹ ਆ ਕੇ ਵੈਕਸੀਨੇਸ਼ਨ ਲਾ ਕੇ ਚਲੇ ਵੀ ਗਏ, ਲੇਕਿਨ ਹੁਣ ਇਹਨਾਂ ਵਾਸਤੇ ਦੂਜੇ ਰੂਲ ਜਿਹੜੇ ਹੈ ਉਹ ਲਾ ਦਿੱਤੇ ਗਏ। ਵੈਬ ਪੋਰਟਲ ਦੀ ਤੁਸੀਂ ਗੱਲ ਕੀਤੀ ਹੈ, ਪੋਰਟਲ ਰਜਿਸਟਰ ਦੀ ਤੁਸੀਂ ਗੱਲ ਕੀਤੀ ਹੈ, ਲੇਕਿਨ ਹੁਣ ਸੋਸ਼ਲ ਡਿਸਟੈਂਸਿੰਗ ਦਾ ਇੱਥੇ ਖੁਦ ਧੱਜੀਆਂ ਜਿਹੜੀਆਂ ਉੜਦੀ ਨਜ਼ਰ ਆ ਰਹੀਆਂ। ਇੱਕ ਦੂਜੇ ਤੇ ਉੱਪਰ ਜਿਹੜੇ ਲੋਕ ਹੈ ਉਹ ਲਾਈਨਾਂ ਤੇ ਖੜੇ ਆ, ਪੁਲਿਸ ਅਫਸਰ ਖੁਦ ਇੱਥੇ ਖੜੇ ਨੇ, ਲੇਕਿਨ ਕਿਸੇ ਵੀ ਤਰ੍ਹਾਂ ਦੀ ਕੋਈ ਸੋਸ਼ਲ ਡਿਸਟੈਂਸਿੰਗ ਦੀ ਗੱਲ ਨਹੀਂ ਕਰ ਰਿਹਾ। ਦੂਜੇ ਪਾਸੇ ਜੇ ਤੁਸੀਂ ਪੋਰਟਲ ਦੀ ਗੱਲ ਕੀਤੀ ਹੈ, ਪੋਰਟਲ ਤੇ ਰਜਿਸਟਰ ਦੀ ਤੁਸੀਂ ਗੱਲ ਕੀਤੀ, ਖੁਦ ਇੱਥੇ ਲੋਕੀ ਪਹੁੰਚੇ ਨੇ। ਪਹਿਲਾਂ ਹਾਲਾਂਕਿ ਵੈਕਸੀਨੇਸ਼ਨ ਲਾਈ ਵੀ ਗਈ ਹੈ, ਲੇਕਿਨ ਉਸ ਤੋਂ ਬਾਅਦ ਕਿਸੇ ਵੀ ਤਰ੍ਹਾਂ ਦੀ ਕੋਈ ਪੋਰਟਲ ਦੀ ਗੱਲ ਨਹੀਂ ਕੀਤੀ ਗਈ। ਸਿਰਫ ਇੱਥੇ ਆ ਕੇ ਇੱਕ ਲਾਈਨਾਂ ਜਿਹੜੀ ਹੈ ਲਾ ਦਿੱਤੀ ਗਈ ਹੈ, ਕਿਸੇ ਨੂੰ ਵੀ ਕੋਈ ਗੱਲ ਜਿਹੜੀ ਹੈ ਉਹ ਸਮਝਾਈ ਨਹੀਂ ਗਈ ਹੈ। ਲੇਕਿਨ ਹੁਣ ਜਦ ਲੰਬੀ ਹਜ਼ਾਰਾਂ ਦੀ ਸੰਖਿਆ ਇੱਥੇ ਲੋਕੀ ਇਕੱਠ ਹੋ ਗਏ ਨੇ, ਕਾਫੀ ਬਾਹਰ ਗੇਟ ਤੱਕ ਇੱਥੇ ਲੋਕੀ ਪਹੁੰਚ ਚੁੱਕੇ ਨੇ, ਲਾਈਨਾਂ ਲਾ ਕੇ ਹੁਣ ਫਾਰਮ ਜਿਹੜਾ ਭਰ ਕੇ ਸਿਵਲ ਸਰਜਨ ਦੀ ਜਿਹੜੀ ਸਟੈਂਪ ਹੁੰਦੀ ਹੈ, ਲੇਕਿਨ ਹੁਣ ਇਹਨਾਂ ਨੂੰ ਮਨਾ ਕਰ ਦਿੱਤਾ ਗਿਆ ਹੈ ਕਿ ਇਹ ਫਾਰਮ ਜਿਹੜਾ ਹੈ ਇਹ ਵੈਲਿਡ ਨਹੀਂ ਹੈ, ਜਾਂ ਫਿਰ ਤੁਸੀਂ ਐਸਐਚਓ ਦੀ ਜਾਂ ਫਿਰ ਤੁਸੀਂ ਐਮਸੀ ਦੀ ਜਾਂ ਫਿਰ ਤੁਸੀਂ ਤਹਿਸੀਲਦਾਰ ਦੀ ਜਿਹੜੀ ਹੈ ਉਹ ਸਟੈਂਪ ਲਾਓ। ਪੋਰਟਲ ਦੀ ਤੁਸੀਂ ਗੱਲ ਕਰ ਰਹੇ ਹੋ, ਇੱਕ ਹੁਣ ਤੁਸੀਂ ਖੁਦ ਤਸਵੀਰਾਂ ਬਿਆਨ ਕਰ ਰਹੀ ਹੈ ਕਿ ਕਿਸ ਤਰ੍ਹਾਂ ਦਾ ਪੋਰਟਲ, ਕਿਸ ਤਰ੍ਹਾਂ ਦਾ ਸਿਸਟਮੈਟਿਕ ਜਿਹੜਾ ਹੈਗਾ ਉਹ ਵੇਖਣ ਨੂੰ ਮਿਲ ਰਿਹਾ ਹੈ। ਸੋਸ਼ਲ ਡਿਸਟੈਂਸਿੰਗ ਦੇ ਨਾਲ ਜਿਹੜੇ 18+ ਇੱਥੇ ਪਹੁੰਚੇ ਨੇ, ਕਿਸੇ ਵੀ ਤਰ੍ਹਾਂ ਦਾ ਕੋਈ ਪੋਰਟਲ ਦਾ ਸਿਸਟਮ ਜਾਂ ਕਿਸੇ ਵੀ ਤਰ੍ਹਾਂ ਦਾ ਕੋਈ ਸਿਸਟਮੈਟਿਕ ਜਿਹੜੀ ਹੈ ਲਾਈਨ ਦਾ ਜਾਂ ਸੋਸ਼ਲ ਡਿਸਟੈਂਸਿੰਗ ਦਾ ਇੱਥੇ ਨਹੀਂ ਵੇਖਣ ਨੂੰ ਮਿਲ ਰਿਹਾ। ਤਸਵੀਰਾਂ ਉਹੀ ਜਿਹੜੀ ਗਰਾਊਂਡ ਜ਼ੀਰੋ ਤੇ ਆਪਾਂ ਗੱਲ ਕਰਦੇ ਗੌਰਵ, ਤਾਂ ਇਹ ਜਿਹੜੀ ਜ਼ਮੀਨੀ ਹਕੀਕਤ ਹੈ ਇਹ ਹੈ। ਦਾਅਵੇ ਤਾਂ ਬਹੁਤ ਵੱਡੇ ਕੀਤੇ ਜਾਂਦੇ ਨੇ ਕਿ ਇਹ ਸਰਕਾਰ ਵੱਲੋਂ ਇਸ ਤਰ੍ਹਾਂ ਦੇ ਕਦਮ ਚੁੱਕੇ ਜਾ ਰਹੇ ਨੇ, ਸਿਸਟਮੈਟਿਕ ਤਰੀਕੇ ਨਾਲ ਕੰਮ ਕੀਤਾ ਜਾ ਰਿਹਾ, ਲੇਕਿਨ ਹੁਣ ਸਿਚੁਏਸ਼ਨ ਤੁਹਾਡੇ ਸਾਹਮਣੇ ਹੈ ਕਿ ਕਿਸ ਤਰ੍ਹਾਂ ਦੇ ਹਾਲਾਤ ਨੇ, ਕਿਸ ਤਰ੍ਹਾਂ ਦੀ ਸਿਚੁਏਸ਼ਨ ਨੇ, ਲੋਕੀ ਪਰੇਸ਼ਾਨ ਹੋ ਰਹੇ ਨੇ। ਹੁਣ ਉਹਨਾਂ ਨੂੰ ਚੇਂਜ ਕਰ ਦਿੱਤਾ ਗਿਆ ਕਿ ਹੁਣ ਆਰਡਰ ਜਿਹੜੇ ਹੈ ਹੁਣ ਦੂਜੇ ਆਰਡਰਸ ਦੇ ਰਹੇ ਹੈ। ਤਾਂ ਹਾਲਾਂਕਿ ਕਈ ਲੋਕਾਂ ਦੇ ਵੈਕਸੀਨੇਸ਼ਨ ਹੋ ਚੁੱਕੀ ਹੈ, ਜਿਹੜੇ ਜਾਣ ਪਛਾਣ ਦੇ ਸੀਗੇ ਜਾਂ ਫਿਰ ਕਿਸੇ ਦੀ ਅਪਰੋਚ ਸੀਗੀ, ਲੇਕਿਨ ਹੁਣ ਜਿਹੜੇ ਆਮ ਲੋਕ ਨੇ ਉਹ ਇੱਥੇ ਲਾਈਨਾਂ ਤੇ ਹੀ ਖੜੇ ਨੇ ਸਵੇਰੇ, ਤੇ ਉਹਨਾਂ ਵਾਸਤੇ ਹੁਣ ਰੂਲ ਜਿਹੜੇ ਹੈ ਉਹ ਚੇਂਜ ਕਰ ਦਿੱਤੇ ਗਏ ਹੈ। ਗੌਰਵ, ਇਹ ਸਭ ਤੋਂ ਵੱਡਾ ਇੱਥੇ ਪ੍ਰੋਬਲਮ ਜਿਹੜੀ ਹੈ ਉਹ ਫੇਸ ਹੋ ਰਹੀ ਹੈ। ਗੌਰਵ, ਠੀਕ ਹੈ, ਸ਼ੁਕਰੀਆ ਮਨੋਜ, ਧੰਨਵਾਦ ਸਾਡੇ ਨਾਲ ਜੁੜਨ ਦੇ ਲਈ। ਤਾਂ ਇਸ ਸਮੇਂ ਜ਼ਰੂਰ ਇੱਕ ਅਵਿਵਸਥਾ ਵਾਲਾ ਉੱਥੇ ਮਾਹੌਲ ਨਜ਼ਰ ਆ ਰਿਹਾ ਹੈ, ਪਰ ਦੂਜੇ ਪਾਸੇ ਇਸ ਸਮੇਂ ਸਾਨੂੰ ਸਪੋਰਟ ਉਹਨਾਂ ਨੂੰ ਵੀ ਕਰਨੀ ਹੋਏਗੀ ਜਿਹੜੇ ਫਰੰਟ ਲਾਈਨਰਸ ਨੇ, ਜਿਹੜੇ ਡਾਕਟਰਸ, ਮੈਡੀਕਲ ਸਟਾਫ ਇਸ ਸਮੇਂ ਲੱਗਿਆ ਹੋਇਆ ਹੈ। ਉਹਨਾਂ ਦੇ ਬਾਰੇ ਵੀ ਜ਼ਰੂਰ ਸੋਚਣਾ ਹੋਵੇਗਾ ਕਿ ਜਿਹੜੇ ਦਿਨ ਰਾਤ ਲੱਗੇ ਹੋਏ ਨੇ, ਇੱਕ ਪਾਸੇ ਮਰੀਜ਼ਾਂ ਨੂੰ ਸੰਭਾਲਣਾ ਹੈ, ਇੱਕ ਪਾਸੇ ਵੈਕਸੀਨੇਸ਼ਨ ਦੀ ਡਰਾਈਵ ਹੈ, ਤੇ ਨਾਲ ਆਪਣੇ ਪਰਿਵਾਰਾਂ ਨੂੰ ਵੀ ਦੇਖਣਾ ਹੈ, ਖੁਦ ਨੂੰ ਵੀ ਸੁਰੱਖਿਅਤ ਰੱਖਣਾ ਹੈ। ਤਾਂ ਮੌਜੂਦਾ ਸਮੇਂ ਦੇ ਵਿੱਚ ਡਾਕਟਰਸ, ਮੈਡੀਕਲ ਸਟਾਫ ਸਭ ਤੋਂ ਜ਼ਿਆਦਾ ਇਫੈਕਟਡ ਹੈ ਇਸ ਕਰੋਨਾ ਕਾਲ ਦੇ ਵਿੱਚ, ਜੋ ਬਿਲਕੁਲ ਲੱਗੇ ਹੋਏ ਨੇ ਇਸ ਸਮੇਂ ਲੋਕਾਂ ਦੀ ਮਦਦ ਕਰਨ ਦੇ ਵਿੱਚ। ਖੈਰ ਥੋੜੀ ਜਿਹੀ ਦਿੱਕਤ ਜ਼ਰੂਰ ਲੋਕਾਂ ਨੂੰ ਆ ਰਹੀ ਹੋਏਗੀ, ਅਸੀਂ ਵੀ ਅਪੀਲ ਕਰਾਂਗੇ ਕਿ ਜਿਹੜੇ ਵੈਕਸੀਨ ਲਗਵਾਉਣ ਦੇ ਲਈ ਵੀ ਪਹੁੰਚੇ ਨੇ ਥੋੜਾ ਜਿਹਾ ਸੰਜਮ ਜ਼ਰੂਰ ਵਰਤਣ,
ਤਾਂ ਕਿ ਜਿਹੜਾ ਮੈਡੀਕਲ ਸਟਾਫ ਆ ਉਹ ਤੁਹਾਡੇ ਤੱਕ ਪਹੁੰਚ ਕਰ ਸਕੇ। ਜੇ ਖੁਦ ਦੇ ਉੱਤੇ ਲੈ ਕੇ ਦੇਖੋ ਤਾਂ ਕਈ ਵਾਰ ਚੀਜ਼ਾਂ ਬੜੀਆਂ ਕਲੀਅਰ ਹੁੰਦੀਆਂ ਨੇ ਕਿ ਕਿੰਨਾ ਮੁਸ਼ਕਿਲ ਹੁੰਦਾ ਹੈ ਕਈ ਵਾਰ ਬਹੁਤ ਸਾਰੀ ਪਬਲਿਕ ਨੂੰ ਕੰਟਰੋਲ ਕਰਨਾ, ਜਾਂ ਫਿਰ ਪੂਰੀ ਵੈਕਸੀਨੇਸ਼ਨ ਡਰਾਈਵ ਜਾਂ ਕੋਈ ਵੀ ਕੰਮ ਹੋਵੇ ਜੇ ਉਸ ਨੂੰ ਅੱਗੇ ਲੈ ਕੇ ਜਾਣਾ ਹੈ। ਪਰ ਉਮੀਦ ਕਰਾਂਗੇ ਕਿ ਜਲਦ ਆਲ ਇਜ਼ ਵੈਲ ਹੋਵੇ। ਵੈਕਸੀਨ ਤਾਂ ਬਹੁਤ ਜ਼ਰੂਰੀ ਹੈ, ਉਹ ਲੋਕਾਂ ਤੱਕ ਜ਼ਰੂਰ ਪਹੁੰਚੇ ਔਰ ਜਲਦੀ ਪਹੁੰਚੇ।